ਹੈਲੋ ਬੱਚੋ, ਅਸੀਂ ਅੱਜ ਬੇਸਿਕ ਕਨਸੈਪਟਸ ਆਫ ਕੈਮਿਸਟਰੀ ਜਿਹੜਾ ਸਾਡਾ ਪਹਿਲਾ ਚੈਪਟਰ ਹੈ ਉਹਦੇ ਲਾਜ਼ ਆਫ ਕੈਮੀਕਲ ਕੰਬੀਨੇਸ਼ਨ ਪੜ੍ਹਨ ਜਾ ਰਹੇ ਹਾਂ। ਬਹੁਤ ਇੰਪੋਰਟੈਂਟ ਲਾਜ਼ ਨੇ ਅਤੇ ਸਾਨੂੰ ਸਾਰੀ ਐਕਸਪਲੇਨੇਸ਼ਨ ਦੇ ਦਿੰਦੇ ਹੈ ਲਾਜ਼ ਕਿ ਕੋਈ ਵੀ ਐਲੀਮੈਂਟ ਕਿਸੇ ਦੂਜੇ ਨਾਲ ਕੰਬਾਈਨ ਕਰਕੇ ਕੋਈ ਚੀਜ਼ ਕਿਵੇਂ ਬਣਾਉਂਦਾ, ਕੋਈ ਕੰਪਾਊਂਡ ਕਿਵੇਂ ਬਣਦਾ ਹੈ, ਕਿਸੇ ਕੰਪਾਊਂਡ ਦੀ ਕੰਬੀਨੇਸ਼ਨ ਇਸ ਤਰ੍ਹਾਂ ਹੀ ਕਿਉਂ ਹੈ, ਦੋ ਐਲੀਮੈਂਟਸ ਹੀ ਕਿਉਂ ਕੰਬਾਈਨ ਕੀਤੇ, ਤਿੰਨ ਕਿਉਂ ਨਹੀਂ ਕੀਤੇ। ਇਹ ਸਾਰੇ ਜਵਾਬ ਸਾਨੂੰ ਇਹ ਸਾਰੇ ਲਾਜ਼ ਤੋਂ ਮਿਲ ਜਾਣਗੇ। ਹੁਣ ਅੱਗੇ ਸਾਡੇ ਕੋਲ ਸਾਰੀ ਲਿਸਟਿੰਗ ਹੈਗੀ ਹੈ ਕਿ ਕਿਹੜੇ ਲਾਜ਼ ਹੈਗੇ ਨੇ ਅਤੇ ਹਰ ਲਾਅ 'ਚ ਕੀ ਐਕਸਪਲੇਨੇਸ਼ਨ ਹੈ, ਇਹ ਸਾਰੀ ਅੱਜ ਤੁਹਾਨੂੰ ਮੈਂ ਦੱਸਾਂਗੀ। ਕੈਮੀਕਲ ਕੰਬੀਨੇਸ਼ਨ ਦੇ ਕਿਹੜੇ ਲਾਜ਼ ਨੇ? ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਲਾਅ ਆਫ ਕਾਂਸਟੈਂਟ ਪ੍ਰਪੋਰਸ਼ਨਸ, ਲਾਅ ਆਫ ਮਲਟੀਪਲ ਪ੍ਰਪੋਰਸ਼ਨਸ, ਲਾਅ ਆਫ ਰੈਸੀਪ੍ਰੋਕਲ ਪ੍ਰਪੋਰਸ਼ਨਸ, ਗੇਲੂਸਿਕਸ ਲਾਅ ਆਫ ਗੈਸ਼ੀਅਸ ਵੋਲੀਊਮਸ। ਇਹ 5 ਲਾਜ਼ ਨੇ, ਪੇਪਰ ਪੁਆਇੰਟ ਆਫ ਵਿਊ ਨਾਲ ਵੀ ਅਤੇ ਕੈਮਿਸਟਰੀ ਪੁਆਇੰਟ ਆਫ ਵਿਊ ਨਾਲ ਵੀ ਬਹੁਤ ਇੰਪੋਰਟੈਂਟ ਨੇ। ਚਲੋ ਜੀ ਸ਼ੁਰੂ ਕਰਦੇ ਹਾਂ। ਲਾਅ ਆਫ ਕੰਜ਼ਰਵੇਸ਼ਨ ਆਫ ਮਾਸ, ਇਹਦੇ ਨਾਲ ਦਾ ਮਿਲਦਾ ਜੁਲਦਾ ਲਾਅ ਆਫ ਕੰਜ਼ਰਵੇਸ਼ਨ ਆਫ ਐਨਰਜੀ ਦੇ ਫਾਰਮ 'ਚ ਤੁਸੀਂ ਪਹਿਲੀ ਕਲਾਸਾਂ 'ਚ ਪੜ੍ਹ ਚੁੱਕੇ ਹੋ। ਸੋ ਉੱਥੇ ਉਹ ਗੱਲ ਐਨਰਜੀ ਲਈ ਕਹਿੰਦਾ ਸੀ, ਇੱਥੇ ਇਹ ਲਾਅ ਮਾਸ ਲਈ ਉਹੀ ਗੱਲ ਕਹਿੰਦਾ ਹੈ ਕਿ ਮਾਸ ਇਜ਼ ਨਾਈਦਰ ਕ੍ਰੀਏਟਿਡ ਨਾਟ ਡਿਸਟਰੋਇਡ। ਵੀ ਮਾਸ ਨਾ ਤਾਂ ਨਵਾਂ ਬਣਦਾ ਹੈ ਨਾ ਡਿਸਟਰੋਏ ਹੁੰਦਾ ਹੈ, ਸਿਰਫ ਇੱਕ ਫਾਰਮ ਤੋਂ ਦੂਜੀ ਫਾਰਮ 'ਚ ਕਨਵਰਟ ਹੁੰਦਾ ਰਹਿੰਦਾ ਹੈ। ਸੋ ਦੂਸਰਾ ਪੁਆਇੰਟ ਕੀ ਹੈ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਦਾ, ਕਿ ਜਿੰਨਾ ਸਟਾਰਟਿੰਗ 'ਚ ਹੈ ਉਨਾ ਹੀ ਮਾਸ ਐਂਡ 'ਚ ਵੀ ਰਹਿੰਦਾ ਹੈ, ਕਿ ਇਟ ਮਸਟ ਸਟਾਰਟ ਐਂਡ ਐਂਡ ਵਿਦ ਦੀ ਸੇਮ ਅਮਾਊਂਟ। ਉਹਨੇ ਇੱਕ ਜਨਰਲ ਜੀ ਐਗਜ਼ਾਮਪਲ ਦੇ ਦਿੱਤੀ ਪਹਿਲੇ ਕਿ ਅਗਰ ਇੱਕ ਲੱਕੜ ਦਾ ਟੁਕੜਾ ਜਿਹਨੂੰ ਲੌਗ ਆਫ ਵੁੱਡ ਕਹਿੰਦੇ ਆ, ਉਹਨੂੰ ਅੱਗ ਲਗਾਈ ਜਾਏ, ਲੌਗ ਆਫ ਵੁੱਡ ਦਾ ਮਾਸ 30 ਕਿਲੋਗ੍ਰਾਮਸ ਹੈ, ਫਾਇਰ ਦਾ ਮਾਸ 1 ਕਿਲੋਗ੍ਰਾਮ ਹੈ, ਸੋ ਟੋਟਲ ਹੋ ਗਿਆ 31 ਕਿਲੋਗ੍ਰਾਮਸ। ਅਗਰ ਇਹ ਬਰਨ ਕਰਨ ਤੋਂ ਬਾਅਦ ਐਸ਼ਿਸ ਅਤੇ ਸਮੋਕ ਦੇ ਵਿੱਚ ਬਣਦਾ ਹੈ, ਐਸ਼ਿਸ ਮਤਲਬ ਸਾਡੇ ਕੋਲ ਰਾਖ ਅਤੇ ਧੂਏਂ ਦੇ ਵਿੱਚ ਬਣਦਾ ਹੈ, ਅਤੇ 28 ਕਿਲੋ ਐਸ਼ਿਸ ਅਤੇ 3 ਕਿਲੋਗ੍ਰਾਮ ਸਮੋਕ ਬਣੇਗਾ ਸਾਡੇ ਕੋਲ। ਸੋ ਟੋਟਲ ਅਗੇਨ ਬਿਕਮਸ 31 ਕਿਲੋਗ੍ਰਾਮਸ। ਸੋ ਲੈਬ ਇਨਵੈਸਟੀਗੇਸ਼ਨ ਵੀ ਇਹੀ ਕਹਿੰਦੀ ਹੈ। ਦੇਖੋ ਉਹਨੇ ਇੱਕ ਤੱਕੜੀ ਬਣਾ ਕੇ ਸਾਡੇ ਕੋਲ ਡਾਇਗਰਾਮ 'ਚ ਐਗਜ਼ਾਮਪਲ ਦਿੱਤੀ ਹੈ ਕਿ ਮਾਸ ਆਫ ਰਿਐਕਟੈਂਟਸ ਇਜ਼ ਇਕੁਅਲ ਟੂ ਮਾਸ ਆਫ ਪ੍ਰੋਡਕਟਸ। ਸੋ ਮਾਸ can neither be created nor be destroyed, it just gets converted from one form to the another form। ਮਤਲਬ ਇੱਕ ਫਾਰਮ ਤੋਂ ਦੂਜੀ ਫਾਰਮ 'ਚ ਕਨਵਰਟ ਹੁੰਦਾ ਰਹਿੰਦਾ ਹੈ। ਹੁਣ ਕੈਮਿਸਟਰੀ ਦੀਆਂ ਐਗਜ਼ਾਮਪਲਸ ਵੱਲ ਆ ਜਾਈਏ। ਪਹਿਲੇ ਉਹਨੇ ਇੱਕ ਸਿੰਪਲ ਜੀ ਐਗਜ਼ਾਮਪਲ ਦਿੱਤੀ ਹੈ ਕਿ ਸਲਫਰ ਅਗਰ ਆਇਰਨ ਦੇ ਨਾਲ, ਸਲਫਰ ਦਾ ਸਿੰਬਲ S, ਆਇਰਨ ਦਾ ਸਿੰਬਲ Fe ਕੰਬਾਈਨ ਕਰਦਾ ਹੈ ਅਤੇ ਸਾਡੇ ਕੋਲ ਫੈਰਸ ਸਲਫਾਈਡ ਬਣਦਾ ਹੈ। ਸਲਫਰ ਦਾ ਅਟੋਮਿਕ ਮਾਸ 32, ਆਇਰਨ ਦਾ ਅਟੋਮਿਕ ਮਾਸ 56, ਸੋ ਟੋਟਲ ਹੋ ਗਿਆ 88। ਸੋ ਉਹਨੇ ਕਿਹਾ ਕਿ ਪ੍ਰੋਡਕਟ ਵੀ 88 ਗ੍ਰਾਮਸ ਹੋਣਗੇ। ਨੈਕਸਟ ਜਿਹੜੀ ਮੈਂ ਐਗਜ਼ਾਮਪਲ ਅਗਲੇ ਕਰਵਾਉਣ ਜਾ ਰਹੀ ਹਾਂ, ਇਹ ਨੁਮੈਰੀਕਲ ਹੈਗਾ ਸਾਡੀ ਬੁੱਕ ਦਾ, ਸੋ ਮੈਂ ਇਸ ਕਰਕੇ ਉਹਨੂੰ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਕੋਟ ਕੀਤਾ ਕਿ ਅਗਰ ਸੋਡੀਅਮ ਕਾਰਬੋਨੇਟ ਅਤੇ ਇਥੇਨੋਇਕ ਐਸਿਡ ਕੰਬਾਈਨ ਕਰਦੇ ਨੇ ਅਤੇ ਸਾਡੇ ਕੋਲ ਪ੍ਰੋਡਕਟ ਬਣਦਾ ਹੈ ਸੋਡੀਅਮ ਇਥਾਨੋਏਟ, ਕਾਰਬਨ ਡਾਈਆਕਸਾਈਡ ਐਂਡ ਵਾਟਰ। ਸੋ ਅਗਰ ਹੁਣ ਮਾਸ ਦੀ ਗੱਲ 'ਤੇ ਆ ਜਾਈਏ, ਲੈਫਟ ਹੈਂਡ ਸਾਈਡ ਦੈਟ ਇਜ਼ ਸਾਡੀ ਰਿਐਕਟੈਂਟ ਸਾਈਡ ਦਾ ਮਾਸ 5.3 ਗ੍ਰਾਮਸ ਹੈ ਸੋਡੀਅਮ ਕਾਰਬੋਨੇਟ ਦਾ, ਅਤੇ ਇਥੇਨੋਇਕ ਐਸਿਡ ਦਾ ਮਾਸ 6 ਗ੍ਰਾਮ ਹੈ। ਦੋਨਾਂ ਦਾ ਸਮ ਕਰ ਲਈਏ ਦੈਟ ਇਜ਼ 11.3 ਗ੍ਰਾਮਸ। ਸੋ ਸਾਡਾ ਲੈਫਟ ਹੈਂਡ ਸਾਈਡ ਦਾ ਮਾਸ ਹੋ ਗਿਆ 11.3 ਗ੍ਰਾਮਸ। ਰਾਈਟ ਹੈਂਡ ਸਾਈਡ ਜਿਹਨੂੰ ਪ੍ਰੋਡਕਟਸ ਕਹਿ ਰਹੇ ਹਾਂ, ਉਹ 'ਚ ਤਿੰਨ ਚੀਜ਼ਾਂ ਨੇ ਜਿਨ੍ਹਾਂ ਦਾ ਮਾਸ 8.2, 2.2 ਅਤੇ 0.9 ਹੈ। ਤਿੰਨਾਂ ਦਾ ਟੋਟਲ ਕਰ ਲਈਏ ਅਤੇ ਉਹ ਵੀ 11.3 ਗ੍ਰਾਮਸ ਆ ਜਾਂਦਾ। ਸੋ ਇਸ ਤਰ੍ਹਾਂ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਦੇ ਬਰਾਬਰ ਹੈ। ਸੋ ਸਾਡਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਪ੍ਰੂਵ ਹੋ ਜਾਂਦਾ ਹੈ। ਸੋ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਤੁਹਾਨੂੰ ਕੀ ਦੱਸਦਾ ਹੈ ਕਿ ਐਟਮਸ ਨਾ ਤਾਂ ਲੋਸਟ ਹੁੰਦੇ ਨੇ ਨਾ ਹੀ ਗੇਨ ਹੁੰਦੇ ਹੈ ਕੈਮੀਕਲ ਰਿਐਕਸ਼ਨ 'ਚ, ਦੇ ਆਰ ਜਸਟ ਰੀਅਰੇਂਜਡ। ਦੂਸਰੀ ਵਾਰ ਗੱਲ ਇਹਨੇ ਕੀ ਕਹੀ ਕਿ ਟੋਟਲ ਮਾਸ ਆਫ ਰਿਐਕਟੈਂਟਸ ਵਿਲ ਬੀ ਇਕੁਅਲ ਟੂ ਟੋਟਲ ਮਾਸ ਆਫ ਦੀ ਪ੍ਰੋਡਕਟਸ। ਠੀਕ ਹੈ, ਜਿੰਨਾ ਰਿਐਕਟੈਂਟ ਹੈ ਉਨਾ ਹੀ ਮਾਸ ਹੋਏਗਾ। ਰਿਐਕਟੈਂਟਸ ਕੀ ਹੁੰਦੇ ਨੇ? ਜਿਹੜੇ ਸਟਾਰਟਿੰਗ ਮਟੀਰੀਅਲ ਹੈ। ਸੋ ਸਟਾਰਟਿੰਗ ਮਟੀਰੀਅਲ ਇਨ ਦ ਰਿਐਕਸ਼ਨ ਇਜ਼ ਕੋਲਡ ਰਿਐਕਟੈਂਟਸ। ਪ੍ਰੋਡਕਟਸ ਕੀ ਹੁੰਦੇ ਹੈ? ਦ ਸਬਸਟੈਂਸਸ ਫਾਰਮਡ ਇਨ ਦ ਰਿਐਕਸ਼ਨ ਆਰ ਕੋਲਡ ਪ੍ਰੋਡਕਟਸ। ਆਈ ਹੋਪ ਇਹ ਸਾਰਾ ਲਾਅ ਆਫ ਕੰਜ਼ਰਵੇਸ਼ਨ ਆਫ ਮਾਸ ਕਲੀਅਰ ਹੋ ਗਿਆ ਹੋਏਗਾ। ਹੁਣ ਅੱਗੇ ਚੱਲਦੇ ਹਾਂ ਨੈਕਸਟ ਲਾਅ 'ਤੇ,
दैट इज़ लॉ ऑफ डेफिनाइट प्रोपोर्शनस। डेफिनाइट का मतलब ही होंदा फिक्सड। जोसेफ प्रोस्ट ने 1799 च लॉ दिता सी। ये लॉ कहता है कि इन अ केमिकल कंपाउंड द एलीमेंट्स आर ऑलवेज प्रेजेंट इन डेफिनेट प्रोपोर्शन बाय मास। कि एक कैमिकल कंपाउंड के अंदर जिन्ने भी एलीमेंट्स होंगे ने उन्हां दी प्रपोर्शन बाय मास हमेशा ही फिक्स होंदी है। जिवें सिंपल जी एग्जाम्पल लै ला वाटर की। वाटर तुसी इंडिया का लै लो, पाकिस्तान का लै लो, अमेरिका का लै लो, जिथे का मर्जी लै लो, फिल्टर का लै लो, नदी का लै लो, समुद्र का लै लो, इट इज़ ऑलवेज H2O। H2O मीनस दो एटम्स हाइड्रोजन दे, एक एटम ऑक्सीजन का। हाइड्रोजन का मास हुंदा है 1, ऑक्सीजन का मास हुंदा है 16। सो इत्थे मास हो गया दो एटम्स हाइड्रोजन के होने करके 2 तो ऑक्सीजन का 16। सो 2:16 जिन्हों सिंपलीफाई कर दिए 2 के टेबल के नाल। सो इट विल बी 1:8 बाय मास। सो वाटर विल ऑलवेज बी 1:8 बाय मास जिथे मर्जी चले जाओ। ठीक है। सो आई थिंक लॉ ऑफ डेफिनेट प्रोपोर्शन इन्ना क्लीयर हो जाता है। नैक्सट इज लॉ ऑफ मल्टीपल प्रोपोर्शनस। मल्टीपल वर्ड ही क्लीयर कर रहा है कि मोर दैन वन चीज़ होएगी तो उन्होंने मल्टीपल कहने आ कि जदों दो एलीमेंट्स तो ही कंबाइन करन बट कंपाउंड्स मोर दैन वन बन जान। दो एलीमेंट्स लिए उन्होंने डिफरेंट कंपाउंड बना लिए तो साडा लॉ ऑफ मल्टीपल प्रोपोर्शन की कहता है कि एक दे मास नू फिक्स कर लिए तो बाकी दे जिहड़ा मास निकलेगा दैट विल बी अ सिंपल होल नंबर रेशियो। डेफिनेशन पढ़ते हैं। When two elements combine to form more than one compound, the mass of one element which combines with the fixed mass of the other element will always be the ratio of the whole numbers। ये चीज़ तुहानूं मैं एग्जाम्पल नाल क्लीयर करानी आ। एग्जाम्पल ली है NO, NO2, N2O, N2O4 एंड N2O5। हुण ध्यान नाल देखना सारिਆਂ ਦੇ ਵਿੱਚ नाइट्रोजन ਤੇ ऑक्सीजन ही है। ठीक है। नाइट्रोजन का मास हुंदा 14, ऑक्सीजन का मास हुंदा 16। पहले केस रेशियो इज़ 14:16। सैकेंड केस दे विच ऑक्सीजन दे एटम्स हो गए 2। सो ऑक्सीजन का मास डबल हो गया। सो रेशियो बिकम्स 14:32। थर्ड केस दे विच N2O नाइट्रोजन का मास डबल हो गया 14 ऑक्सीजन का 16 ही है। हुण मैं नाइट्रोजन का मास फिक्स कर ला। सो इत्थे रेशियो कितनी आ गई 14:8। नैक्सट केस N2O4 इनू कंसिडर ना भी करिए तद भी ठीक है क्योंकि 8NO2 वाला ही केस है। नैक्सट इज N2O5। N2 मतलब 14 नू 2 ना मल्टीप्लाई किया 28 आ गया। ऑक्सीजन 5 नाल मल्टीप्लाई किया 16 नू 80 आ गया। हुण इत्थे भी अगर मैं 14 फिक्स करना है तो 2 ना दोनों नू कट लाँगी। सो इट विल बी 14:40। हुण ध्यान नाल देखिए N2O 14 तो फिक्स हो गया, N2O 8, फिर NO2 16, NO 16, NO2 32, फिर उत्थे जाके N2O5 40। सो रेशियो आ गई 1, 2, 4 ते 5। सो सिंपल रेशियो होगी। नैक्सट लॉ इज लॉ ऑफ रेसिप्रोकल प्रोपोर्शनस। रेसिप्रोकल हुंदा है उल्टाता जाए या 1/, समथिंग करता जाए। इट वॉज गिवन बाय Richter in 1792. It states that if two different elements combine separately with the same weight of the third element, the ratio of the masses in which they do so are either the same or simple multiple of the mass ratio in which they combine। मतलब की है कि अगर दो डिफरेंट एलीमेंट्स किसी तीसरे दे नाल भी कंबाइन करते हैं तो उन्होंने मासिस की जिहड़ी रेशियो होएगी या तो सेम होएगी या किसी दा सिंपल मल्टीपल होएगी उन्होंने मास के रेशियो की। किवें है अगली एग्जाम्पल च क्लीयर करानी तुहानूं मैं। जिस तरह असी हाइड्रोजन, सल्फर ते ऑक्सीजन 3 एलीमेंट्स लै ले। हाइड्रोजन का एटॉमिक मास 1, सल्फर का 32,
ਆਕਸੀਜਨ ਦਾ 16। ਬੇਟਾ ਇਹ ਐਟੋਮਿਕ ਮਾਸਿਸ ਲਰਨ ਕਰ ਲੈਣਾ, ਤੁਹਾਨੂੰ ਬਹੁਤ ਕੰਮ ਆਉਣਗੇ। ਹਾਈਡਰੋਜਨ ਤੇ ਸਲਫਰ H2S ਬਣਾਉਂਦੇ ਆ, ਉਸੇ ਤਰ੍ਹਾਂ ਹਾਈਡਰੋਜਨ ਤੇ ਆਕਸੀਜਨ H2O ਬਣਾਉਂਦੇ ਆ, ਉਸੇ ਤਰ੍ਹਾਂ ਸਲਫਰ ਤੇ ਆਕਸੀਜਨ SO2 ਬਣਾਉਂਦੇ ਆ। ਹੁਣ ਜਿਹੜਾ ਇਹਨਾਂ ਦਾ ਰੈਸੀਪ੍ਰੋਕਲ ਪ੍ਰੋਪੋਰਸ਼ਨ ਕਿਵੇਂ ਪ੍ਰੂਵ ਹੁੰਦੀ ਹੈ ਕਲੀਅਰ ਕਰ ਲਈਏ। H2S ਦੇ ਵਿੱਚ ਹਾਈਡਰੋਜਨ ਦੇ 2 ਐਲੀਮੈਂਟਸ ਤੇ ਸਲਫਰ ਦਾ 1, ਸੋ ਰੇਸ਼ੀਓ ਹੋ ਗਈ 2:32। ਸਿੰਪਲੀਫਾਈ ਕਰਦਾ 2 ਦੇ ਟੇਬਲ 'ਚ 1:16। ਸਲਫਰ ਡਾਈਆਕਸਾਈਡ ਦੇ ਵਿੱਚ ਸਲਫਰ ਦਾ ਮਾਸ 32, 16 ਦਾ ਆਕਸੀਜਨ ਦਾ ਮਾਸ 16, 16 ਨੂੰ 2 ਨਾਲ ਮਲਟੀਪਲਾਈ ਕੀਤਾ ਤੇ 32, ਦੈਟ ਵਿਲ ਬੀ 1:1। ਹੁਣ ਇਹਨਾਂ ਦੋਨਾਂ ਨੂੰ ਇਕੁਏਟ ਕਰ ਲਈਏ H2S ਨੂੰ ਸਲਫਰ ਡਾਈਆਕਸਾਈਡ ਨਾਲ, ਸੋ 1/16:1/1, ਸੋ ਰੇਸ਼ੀਓ ਆ ਗਈ 1:16। ਹੁਣ ਥਰਡ ਬਣਿਆ ਸੀ ਸਾਡੇ ਕੋਲ ਵਾਟਰ ਦੀ ਰੇਸ਼ੀਓ ਹੈ 2:16। ਸਿੰਪਲੀਫਾਈ ਕਰ ਲਈਏ 1:8। ਸੋ ਅਗਰ ਹੁਣ ਤਿੰਨਾਂ ਨੂੰ ਰੇਸ਼ੀਓ ਨੂੰ ਇਕੁਏਟ ਕਰ ਲਾਂ ਤਾਂ 1/16 × 8/1, ਇਟ ਕਮਸ ਆਊਟ ਟੂ ਬੀ 1/2। ਸੋ ਰੇਸ਼ੀਓ 1:2 ਹੋ ਗਈ ਨਾ, simplified whole number ratio। So next law is Gay-Lussac's law of combining volume of gases। law ਦੇ ਨਾਮ ਦੇ ਵਿੱਚ ਹੀ ਸਾਰਾ law explain ਕਰਤਾ ਕਿ ਗੈਸਿਸ ਕੰਬਾਈਨ ਜਦੋਂ ਕਰਦੀਆਂ ਨੇ ਉਹ ਸਿੰਪਲ ਹੋਲ ਨੰਬਰ ਰੇਸ਼ੀਓ 'ਚ ਕੰਬਾਈਨ ਕਰਦੀਆਂ। ਸੋ ਵੈਨ ਗੈਸਿਸ ਕੰਬਾਈਨ ਦੇ ਕੰਬਾਈਨ ਇਨ ਸਿੰਪਲ ਹੋਲ ਨੰਬਰ ਰੇਸ਼ੀਓਜ਼। ਇਹ ਸਿੰਪਲ ਨੰਬਰ ਕੀ ਹੁੰਦੇ ਆ? ਜਿਹੜੇ ਉਹਦੇ ਕੋਫੀਸ਼ੀਐਂਟਸ ਹੁੰਦੇ ਆ। ਕੋਫੀਸ਼ੀਐਂਟ ਕੀ ਹੁੰਦਾ ਕਿ ਜਿਹੜਾ ਅਸੀਂ ਐਲੀਮੈਂਟ ਦਾ ਸਿੰਬਲ ਲਿਖਦੇ ਆ ਨਾ, ਉਹਦੇ ਅੱਗੇ ਜਿਹੜਾ ਨੰਬਰ ਪਾਉਂਦੇ ਆ, ਦੈਟ ਇਜ਼ ਕਾਲਡ ਕੋਫੀਸ਼ੀਐਂਟ। ਜਿਸ ਤਰ੍ਹਾਂ ਥੱਲੇ ਮੈਂ ਇੱਕ ਐਗਜ਼ਾਮਪਲ ਲਈ ਹੈ, N2 + 3H2 ਗਿਵ ਰਾਈਜ਼ ਟੂ 2NH3। ਜਿਸ ਤਰ੍ਹਾਂ N2 ਦੇ ਅੱਗੇ ਕੁਛ ਨਹੀਂ ਲਿਖਿਆ, ਇਟ ਮੀਨਸ 1 ਹੈ। ਸੋ ਇੱਥੇ ਕੀ ਲਿਖਿਆ ਕਿ 1 ਵੋਲਿਊਮ ਨਾਈਟ੍ਰੋਜਨ ਦਾ 3 ਵੋਲਿਊਮਸ ਹਾਈਡਰੋਜਨ ਦੇ ਕੰਬਾਈਨ ਕਰਕੇ ਕੀ ਬਣ ਗਿਆ? 2 ਵੋਲਿਊਮਸ ਆਫ ਅਮੋਨੀਆ। ਇੱਕ ਹੋਰ ਐਗਜ਼ਾਮਪਲ ਲੈਂਦੇ ਆ, 2 ਮੋਲੀਕਿਊਲਸ ਹਾਈਡਰੋਜਨ ਦੇ, 2 ਮੋਲੀਕਿਊਲਸ 2 ਵੋਲਿਊਮਸ ਕਹਿ ਲਓ, ਉਹ 1 ਮੋਲੀਕਿਊਲ ਜਾਂ 1 ਵੋਲਿਊਮ ਆਕਸੀਜਨ ਨਾਲ ਕੰਬਾਈਨ ਕਰਕੇ 2 ਮੋਲੀਕਿਊਲਸ ਜਾਂ 2 ਵੋਲਿਊਮਸ ਵਾਟਰ ਦੇ ਬਣਾਉਂਦੇ ਆ। ਆਈ ਹੋਪ ਮੇਰੀ ਇਸ ਵੀਡੀਓ ਦੇ ਨਾਲ ਤੁਹਾਨੂੰ ਸਾਰੇ ਲॉज ਕਲੀਅਰ ਹੋ ਗਏ ਹੋਣਗੇ। ਬੇਟਾ ਇਹ ਸਾਰੇ ਨੋਟਸ ਵੀ ਬਣਾ ਲੈਣਾ ਅਤੇ ਲਰਨ ਵੀ ਕਰ ਲੈਣਾ। ਥੈਂਕ ਯੂ ਸੋ ਮਚ।